ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਚਾਰਕ ਸੁਚੇਤਨਾ ਸਥਾਨ ਦੇ ਸਾਰੇ ਗੁਰਮੁਖ ਵਿਦਵਾਨਾਂ ਨੂੰ ਦਾਸ ਮਨਜੀਤ ਸਿੰਘ ਗੁਰੂ ਕੀ ਵਡਾਲੀ ਦੀ ਗੁਰਫਤਿਹ ਪ੍ਰਵਾਨ ਹੋਵੇ। ਪਿਆਰਿਓ, ਆਓ ਚੱਲ ਰਹੀ ਲੜੀਵਾਰ ਜੋ ਕਥਾ ਹੈ 18ਵੀਂ ਪੌੜੀ ਦੇ ਦੂਜੇ ਸ਼ਲੋਕ ਦੀ ਵਿਚਾਰ ਦਾਸ ਦੀ ਸੇਵਾ ਲੱਗੀ ਹੈ। ਤੋ ਇਹ ਪਾਵਨ ਸ਼ਬਦ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਆਓ ਪਹਿਲਾਂ ਸਰਵਣ ਕਰ ਲਈਏ ਜੀ। ਮਹੱਲਾ ਪਹਿਲਾ। ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ। ਅੱਖੀਂ ਸੂਤਕ ਵੇਖਣਾ, ਪਰ ਤ੍ਰੈ ਪਰ ਧਨ ਰੂਪ। ਕੰਨੀ ਸੂਤਕ ਕੰਨ ਪਾਏ, ਲਾਏ ਤਬਾਰੀ ਖਾਹੇ। ਨਾਨਕ ਹੰਸਾ ਆਦਮੀ, ਬੱਧੇ ਜੰਪੁਰ ਜਾਹੇ। ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਹਿਲੇ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿਸ ਸ਼ਬਦ ਦੇ ਵਿੱਚ ਮਹਾਰਾਜ ਨੇ ਸਦੀਆਂ ਤੋਂ ਚੱਲਿਆ ਆਉਂਦਾ ਇੱਕ ਭਰਮ, ਤੇ ਜਿਸ ਭਰਮ ਦੇ ਆਧਾਰ ਤੇ ਮਨੁੱਖ ਸੁੱਚ ਭਿੱਟ ਮੰਨੀ ਬੈਠਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਸ਼ਬਦ ਅੰਦਰ ਖਾਸ ਕਰਕੇ ਉਸ ਦਾ ਜ਼ਿਕਰ ਕੀਤਾ ਹੈ, ਤੇ ਉਹ ਹੈ ਸੂਤਕ। ਸੂਤਕ ਦਾ ਮਤਲਬ ਹੈ ਅਸ਼ੁੱਧੀ, ਅਤੇ ਇਹ ਅਸ਼ੁੱਧੀ ਹਿੰਦੂ ਧਰਮ ਦੇ ਗ੍ਰੰਥਾਂ ਦੇ ਸ਼ਾਸਤਰਾਂ ਦੇ ਅਨੁਸਾਰ ਵੱਖ-ਵੱਖ ਵਰਣਾਂ ਦੇ ਆਧਾਰ ਤੇ ਬਿਆਨ ਕੀਤੀ ਜਾਂਦੀ ਹੈ। ਅਸਲ ਵਿੱਚ ਇਸ ਨੂੰ ਗੁਰਮਤਿ ਨੇ ਇੱਕ ਮਨ ਦਾ ਹੀ ਪਾਪ ਆਖਿਆ, ਮਨ ਦੀ ਅਸ਼ੁੱਧੀ ਆਖੀ ਹੈ। ਅਤੇ ਇਹ ਅਸ਼ੁੱਧੀ ਦੋ ਤਰ੍ਹਾਂ ਦੀ ਬਿਆਨ ਕੀਤੀ ਜਾਂਦੀ, ਇੱਕ ਸੂਤਕ ਹੈ ਤੇ ਦੂਸਰਾ ਪਾਤਕ ਹੈ। ਹਿੰਦੂ ਧਰਮ ਦੇ ਵਿੱਚ ਜੀਵ ਦੇ ਜਨਮ ਸਮੇਂ ਜੋ ਅਪਵਿੱਤਰਤਾ ਅਸ਼ੁੱਧੀ ਮੰਨੀ ਜਾਂਦੀ ਆ, ਉਹਨੂੰ ਸੂਤਕ ਆਖਿਆ ਜਾਂਦਾ ਹੈ। ਅਤੇ ਜੀਵ ਦੇ ਮਰਨ ਦੇ ਸਮੇਂ ਜਿਹੜੀ ਅਸ਼ੁੱਧੀ ਹਿੰਦੂ ਧਰਮ ਵਿੱਚ ਮੰਨੀ ਗਈ, ਉਹਨੂੰ ਪਾਤਕ ਆਖਿਆ ਜਾਂਦਾ ਹੈ। ਸੂਤਕ ਅਤੇ ਪਾਤਕ, ਇਹ ਸੂਤਕ ਅਤੇ ਪਾਤਕ ਵੱਖ-ਵੱਖ ਵਰਣਾਂ ਦੇ ਅਨੁਸਾਰ ਸਮੇਂ ਦੇ ਦਿਨਾਂ ਦੀ ਇਸ ਦੀ ਅਪਵਿੱਤਰਤਾ ਮੰਨੀ ਜਾਂਦੀ ਹੈ। ਇਸ ਵਾਸਤੇ ਬ੍ਰਾਹਮਣ ਦੇ ਘਰ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ, ਉਸ ਦੀ ਅਸ਼ੁੱਧੀ 11 ਦਿਨਾਂ ਦੀ ਮੰਨੀ ਜਾਂਦੀ ਹੈ। ਖੱਤਰੀ ਦੀ 13 ਦਿਨਾਂ ਦੀ, ਵੈਸ਼ ਦੀ 17 ਦਿਨਾਂ ਦੀ, ਸ਼ੂਦਰ ਦੀ ਵਿਚਾਰੇ ਦੀ 30 ਦਿਨਾਂ ਦੀ। ਇੰਝ ਹੀ ਮਰਨ ਦੇ ਉੱਤੇ ਜਿਹੜਾ ਪਾਤਕ ਅਪਵਿੱਤਰਤਾ ਹੈ,
ਬ੍ਰਾਹਮਣ ਦੀ 10 ਦਿਨਾਂ ਦੀ ਮੰਨੀ ਜਾਂਦੀ ਏ, ਖੱਤਰੀ ਦੀ 12 ਦਿਨਾਂ ਦੀ ਮੰਨੀ ਜਾਂਦੀ ਏ, ਵੈਸ਼ ਦੀ 15 ਦਿਨਾਂ ਦੀ ਮੰਨੀ ਜਾਂਦੀ ਏ, ਅਤੇ ਸ਼ੂਦਰ ਵਿਚਾਰੇ ਦੀ ਫੇਰ 30 ਦਿਨਾਂ ਦੀ ਮੰਨੀ ਜਾਂਦੀ ਹੈ। ਭਾਵੇਂ ਸਿੱਖ ਧਰਮ ਵਿੱਚ ਸੂਤ ਪਾਤਕ ਨੂੰ ਕੋਈ ਥਾਂ ਨਹੀਂ ਦਿੱਤੀ ਜਾਂਦੀ ਗੁਰਮਤ ਅਨੁਸਾਰ, ਫਿਰ ਵੀ ਕਈ ਭੋਲੀਆਂ ਭਾਲੀਆਂ ਇਸਤਰੀਆਂ ਬਜ਼ੁਰਗ ਇਸ ਭਰਮ ਜਾਲ ਵਿੱਚ ਫਸੇ ਹੋਏ ਨੇ। ਸੂਤਕ ਮੰਨਣ ਵਾਲਿਆਂ ਨੂੰ ਸਤਿਗੁਰੂ ਜੀ ਨੇ ਸੰਬੋਧਨ ਕੀਤਾ ਕਿ ਦੱਸੋ, ਤੁਹਾਡੇ ਕਥਨ ਅਨੁਸਾਰ ਜਨਮ ਅਤੇ ਮੌਤ ਦੇ ਸਮੇਂ ਜੇ ਸੂਤਕ ਪਾਤਕ ਹੈ ਤਾਂ ਫਿਰ ਉਹ ਕਿਹੜੀ ਥਾਂ ਹੈ, ਕਿਹੜੀ ਜਗ੍ਹਾ ਜਿਹੜੀ ਭਾਵ ਕਿ ਜਿੱਥੇ ਅਪਵਿੱਤਰਤਾ ਨਹੀਂ ਹੈ, ਸੂਤਕ ਨਹੀਂ ਹੈ। ਜੇ ਅਸੀਂ ਰੋਜ਼ਾਨਾ ਆਪਣੇ ਜੀਵਨ 'ਤੇ ਝਾਤ ਮਾਰੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ 42 ਲੱਖ ਜੀਵਾਂ ਦੀ ਕਿਸਮਾਂ ਜਲ ਦੇ ਵਿੱਚ ਰਹਿੰਦੀਆਂ ਨੇ, ਪਾਣੀ ਦੇ ਵਿੱਚ ਜੰਮਣ ਮਰਨ ਲੱਗਾ ਹੀ ਰਹਿੰਦਾ ਹੈ, ਧਰਤੀ 'ਤੇ ਜਨਮ ਮਰਨ ਲੱਗਾ ਹੀ ਰਹਿੰਦਾ ਹੈ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਇਸ ਵਾਸਤੇ ਸਤਿਗੁਰੂ ਮਹਾਰਾਜ ਭਗਤ ਕਬੀਰ ਜੀ ਨੇ ਵੀ ਗੁਰਬਾਣੀ ਦੇ ਵਿੱਚ ਲਿਖਿਆ, ਜਾਂ ਪੈ ਜਾਊਂ ਆਪ ਛੁਟਕਾਵਨ ਤੇ ਬੰਦੇ ਬੋ ਫੰਦਾ। ਕਬੀਰ ਸਾਹਿਬ ਕਹਿੰਦੇ, ਜਲ ਹੈ ਸੂਤਕ ਥਲ ਹੈ ਸੂਤਕ, ਸੂਤਕ ਉਪਤ ਹੋਈ ਜਨਮੇ ਸੂਤਕ ਮੂਏ ਫੁਨ ਸੂਤਕ, ਸੂਤਕ ਪਰਜ ਬਿਗੋਈ। ਕਹੋ ਰੇ ਪੰਡਿਆ ਕੌਣ ਕਵਿਤਾ, ਐਸਾ ਗਿਆਨ ਜਪਹੁ ਮੇਰੇ ਮੀਤਾ। ਨੈਣੋ ਸੂਤਕ ਬੈਨੋ ਸੂਤਕ, ਸੂਤਕ ਸਰਮਨੀ ਹੋਈ। ਊਠਤ ਬੈਠ ਸੂਤਕ ਲਾਗੇ, ਸੂਤਕ ਪਰੇ ਰਸੋਈ। ਫਾਸਨ ਕੀ ਸਭ ਕੋ ਮਨ ਜਾਣੇ, ਛੂਟਨ ਕੀ ਇੱਕ ਕੋਈ। ਕਹਿ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ। ਇਸ ਵਾਸਤੇ ਹਿੰਦੂਆਂ ਦੇ ਵਿੱਚ ਸੂਤਕ ਉਤਾਰਨ ਦਾ ਇੱਕ ਸਧਾਰਨ ਜਿਹਾ ਤਰੀਕਾ ਕਿ ਇਸ਼ਨਾਨ ਤੇ ਕੱਪੜੇ ਆਦਿਕ ਬਦਲ ਲੈਣੇ, ਧੋ ਲੈਣ ਨਾਲ ਇਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਪਰ ਸਾਹਿਬ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਕੱਪੜੇ ਧੋ ਲੈਣੇ, ਇਸ਼ਨਾਨ ਕਰ ਲੈਣਾ, ਇਸ ਤਰ੍ਹਾਂ ਸੂਤਕ ਤੋਂ ਛੁਟਕਾਰਾ ਨਹੀਂ ਹੁੰਦਾ। ਮੰਨ ਲਓ ਸੂਤਕ ਹੈ, ਅਪਵਿੱਤਰਤਾ ਹੈ, ਅਸ਼ੁੱਧੀ ਹੈ, ਤੇ ਸਾਹਿਬ ਕਹਿੰਦੇ ਅਸਲ ਸੂਤਕ ਹੈ ਕਿਹੜਾ, ਸਮਝਣ ਦੀ ਲੋੜ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਸ ਸ਼ਬਦ ਵਿੱਚ ਇਹੀ ਸਮਝਾਉਣਾ ਕਹਿੰਦਾ, ਸੂਤਕ ਹੈ ਕੀ, ਅਪਵਿੱਤਰਤਾ ਹੈ ਕੀ, ਤੇ ਹੈ ਕਿੱਥੇ। ਤੇ ਅਪਵਿੱਤਰਤਾ ਮਨੁੱਖ ਕੱਪੜਿਆਂ ਦੇ ਵਿੱਚ ਸਰੀਰ ਦੇ ਬਾਹਰੀ ਮਲ ਦੇ ਕਰਕੇ ਸਮਝਦਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬੜੇ ਪ੍ਰੇਮ ਦੇ ਨਾਲ ਸਾਨੂੰ ਸਮਝਾਉਣਾ ਕੀਤਾ ਕਿ ਮਨ ਕਾ ਸੂਤਕ ਲੋਭ ਹੈ। ਭਾਈ ਅਸਲ ਵਿੱਚ ਜਿਹੜਾ ਮਨ ਨੂੰ ਲੱਗਾ ਹੋਇਆ ਸੂਤਕ ਅਪਵਿੱਤਰਤਾ ਅਸ਼ੁੱਧੀ ਹੈ, ਉਹ ਵਹਿ ਲੋਭ ਵਾਸ਼ਨਾ ਦੀ ਅਸ਼ੁੱਧੀ। ਜੇ ਵਾ ਸੂਤਕ ਕੂੜ, ਹੁਣ ਜ਼ਬਾਨ ਤੇ ਰਾਤ ਦਿਨ ਝੂਠ ਬੋਲਦੀ ਹੈ, ਨਿੰਦਿਆ ਚੁਗਲੀ ਕਰਦੀ ਹੈ। ਮਨੁੱਖ ਦੀ ਜ਼ਬਾਨ ਨੂੰ ਝੂਠ ਦਾ ਸੂਤਕ ਲੱਗਾ ਹੋਇਆ, ਅਪਵਿੱਤਰਤਾ ਅਸ਼ੁੱਧੀ ਲੱਗੀ ਹੋਈ ਹੈ, ਚੰਬੜਿਆ ਹੋਇਆ। ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ ਰੂਪ ਸੂਤਕ ਲੱਗਾ ਹੋਇਆ ਹੈ,
ਉਹ ਪਵਿੱਤਰਤਾ ਕਿਵੇਂ ਹਾਸਲ ਕਰਦੇ ਨੇ। ਇਸ ਲਈ ਸਹਿ ਮਹਾਰਾਜ ਕਹਿੰਦੇ ਮਨ ਕਾ ਸੂਤਕ ਲੋਭ ਹੈ। ਇਸ ਵਾਸਤੇ ਜੋ ਲੋਭ ਵਾਸ਼ਨਾ ਹੈ, ਲੋਭ ਵਾਸ਼ਨਾ ਦਾ ਮਤਲਬ ਹੈ ਕਿ ਜੋ ਮੇਰੇ ਪਾਸ ਨਹੀਂ, ਉਸ ਦੇ ਪਾਉਣ ਦੀ ਤਮੰਨਾ ਜੋ ਦੂਸਰੇ ਦੇ ਪਾਸ ਹੈ, ਦ੍ਰਿਸ਼ਟੀ ਉਹਦੇ ਤੇ ਲਾਈਏ ਕਿ ਉਹ ਵੀ ਮੇਰੇ ਕੋਲ ਕਿਵੇਂ ਆ ਜਾਵੇ। ਜਿਹੜਾ ਦੂਜੇ ਦੇ ਕੋਲ ਹੈ ਉਹ ਵੀ ਮੇਰਾ ਹੋ ਜਾਏ। ਇਸ ਲਈ ਸਾਹਿਬ ਨੇ ਜ਼ਿਕਰ ਕੀਤਾ ਕਿ ਲੋਭੀ ਕਾ ਵਿਸਾਹੋ ਨਾ ਕੀਜੈ ਜੀ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਤੋ ਹੈ ਜਿੱਥੇ ਹੱਥ ਨਾ ਪਾਏ। ਭਾਵ ਕਿ ਲੋਭੀ ਬੰਦਾ ਕਦੇ ਵੀ ਇਤਬਾਰ ਦੇ ਲਾਇਕ ਨਹੀਂ ਰਹਿੰਦਾ। ਉਸ ਦੀ ਹਾਲਤ ਲੋਭ ਵਾਸ਼ਨਾ ਦੇ ਅਧੀਨ ਇੱਕ ਕੁੱਤੇ ਵਰਗੀ ਬਣ ਜਾਂਦੀ ਹੈ। ਜਿਉ ਕੂਕਰ ਹਰਕਾਇਆ ਧਾਵੇ ਦਰਦ ਸਜਾਏ, ਲੋਭੀ ਜੰਤ ਨਾ ਜਾਣੀ ਭਖ ਸਭ ਖਾਏ। ਤਾਂ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦੱਸਦੇ ਨੇ ਕਿ ਅਸਲ ਅਪਵਿੱਤਰਤਾ ਹੈ ਕੀ ਹੈ ਕਿੱਥੇ। ਮਨ ਕਾ ਸੂਤਕ ਦੂਜਾ ਭਾਓ। ਮਨ ਦੀ ਪਵਿੱਤਰਤਾ, ਮਨ ਦਾ ਸੂਤਕ ਹੈ ਇੱਕ ਵਾਹਿਗੁਰੂ ਨੂੰ ਛੱਡ ਕੇ ਤੇ ਮਾਇਆ ਦੇ ਮੋਹ ਵਿੱਚ ਫਸ ਜਾਣਾ, ਭੱਜੇ ਫਿਰਨਾ। ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਭਰਮ ਵਿੱਚ ਪੈ ਜਾਂਦਾ ਤੇ ਜੰਮਣ ਵਿੱਚ ਲੱਗਾ ਰਹਿੰਦਾ ਹੈ। ਮਨ ਕਾ ਸੂਤਕ ਦੂਜਾ ਭਾਉ, ਭਰਮੇ ਭੂਲੇ ਅਬ ਉਜਾਓ, ਮਨਮੁਖ ਸੂਤਕ ਕਭੇ ਨਾ ਜਾਏ। ਆਪਣੇ ਮਨ ਦੇ ਪਿੱਛੇ ਚੱਲੇ ਹੋਏ ਮਨੁੱਖ ਦਾ ਮਨ ਦੀ ਜਿਹੜੀ ਅਸ਼ੁੱਧੀ, ਅਪਵਿੱਤਰਤਾ ਕਦੇ ਵੀ ਮੁੱਕਦੀ ਨਹੀਂ ਹੈ। ਮਾਨੁਖ ਮੁਖ ਸੂਤਕ ਕਭੇ ਨਾ ਜਾਏ, ਜਿਚਰ ਸ਼ਬਦ ਨਾ ਭੀਜੇ ਹਰ ਕੇ ਨਾਏ। ਸਭੋ ਸੂਤਕ ਜੇਤਾ ਮੂੰਹ ਆਕਾਰ, ਮਰ ਮਰ ਜੰਮੇ ਵਾਰੋ ਵਾਰ। ਸੂਤਕ ਅਗਨ ਪਾਉਣੇ ਪਾਣੀ ਮਾਹੇ, ਸੂਤਕ ਜੇਤਾ ਸੂਤਕ ਭੋਜਨ ਜੇਤਾ ਕਿਛ ਖਾਹੇ। ਸੂਤਕ ਕਰਮ ਨ ਪੂਜਾ ਹੋਏ, ਨਾਮ ਰਤੇ ਮਨ ਨਿਰਮਲ ਹੋਈ। ਸਤਿਗੁਰ ਸੇਵਿਐ ਸੂਤਕ ਜਾਏ, ਮਰੇ ਨਾ ਜਨਮੇ ਕਾਲ ਨਾ ਖਾਏ। ਜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਸੇਵਾ ਸਿਮਰਨ ਕਰੇ, ਫਿਰ ਅਪਵਿੱਤਰਤਾ ਮਨੁੱਖ ਦੀ ਰਹਿੰਦੀ ਨਹੀਂ। ਉਹ ਸਦਾ ਸੋ ਦਿਵਾਲੀ ਸਾਧ ਦੀ ਪਵਿੱਤਰ ਹੀ ਰਹਿੰਦਾ। ਸਤਿਗੁਰੂ ਸੇਵਿਆ ਸੂਤਕ ਜਾਏ, ਮਰੇ ਨਾ ਜਨਮੈ ਕਾਲ ਨਾ ਖਾਏ। ਫਿਰ ਉਹ ਜੰਮਦਾ ਮਰਦਾ ਨਹੀਂ। ਆਤਮਕ ਮੌਤ ਉਸ ਨੂੰ ਕਦੇ ਵੀ ਗ੍ਰਸ ਨਹੀਂ ਸਕਦੀ। ਇਸ ਲਈ ਸਾਹਿਬ ਕਹਿੰਦੇ ਨੇ ਮਨ ਕਾ ਸੂਤਕ ਲੋਭ ਹੈ, ਜੇ ਬਾ ਸੂਤਕ ਕੂੜ। ਇਸ ਲਈ ਭਾਈ ਮਨ ਦੀ ਅਸ਼ੁੱਧੀ, ਮਨ ਦੀ ਅਪਵਿੱਤਰਤਾ ਹੈ ਲੋਭ ਵਾਸ਼ਨਾ, ਤੇ ਜ਼ਬਾਨ ਦੀ ਅਸ਼ੁੱਧੀ ਅਪਵਿੱਤਰਤਾ ਹੈ ਨਿੰਦਿਆ, ਚੁਗਲੀ ਤੇ ਝੂਠ ਬੋਲਣਾ। ਅੱਖੀਂ ਸੂਤਕ ਵੇਖਣਾ, ਪਰ ਤ੍ਰਿਆ ਪਰ ਧਨ ਰੂਪ। ਪਰਾਏ ਰੂਪ ਨੂੰ, ਪਰਾਈ ਇਸਤਰੀ ਦੇ ਸੁੰਦਰ ਰੂਪ ਨੂੰ ਲਲਚਾਈਆਂ ਅੱਖਾਂ ਦੇ ਨਾਲ ਦੇਖਣਾ, ਇਹ ਨੇਤਰਾਂ ਦਾ, ਅੱਖਾਂ ਦਾ ਸੂਤਕ ਹੈ। ਅਪਵਿੱਤਰਤਾ ਅਸ਼ੁੱਧੀ ਹੈ। ਪਰਾਏ ਰੂਪ ਨੂੰ, ਪਰਾਈਆਂ ਇਸਤਰੀਆਂ ਦਾ ਰੂਪ ਤੱਕਣਾ, ਸੁੰਦਰਤਾ ਤੱਕਣੀ, ਮਨ ਵਿੱਚ ਵਾਸ਼ਨਾ ਪੈਦਾ ਕਰਨੀ, ਇਹ ਨੇਤਰਾਂ ਦਾ ਮਾਨੋ ਕਿ ਅਸ਼ੁੱਧੀ, ਇਹ ਪਾਪ ਹੈ। ਤਾਂ ਸਭ ਕਹਿੰਦੇ ਇਹ ਅਪਵਿੱਤਰਤਾ ਹੈ। ਕੰਨੀ ਸੂਤਕ ਕੰਨ ਪੈ, ਲਾਏ ਤਵਾਰੀ ਖਾਹੇ। ਹੁਣ ਸਾਹਿਬ ਕਹਿੰਦੇ ਕੰਨਾਂ ਦੇ ਵਿੱਚ ਵੀ ਅਸ਼ੁੱਧੀ ਹੈ। ਇਸ਼ਨਾਨ ਕਰਨ ਨਾਲ ਤਾਂ ਸਾਫ਼ ਹੋਵੇਗੀ ਨਹੀਂ। ਇਸ ਲਈ ਸਾਹਿਬ ਕਹਿੰਦੇ ਨੇ ਇਹ ਸਰਵਣੋ ਮੇਰੇ ਹੋ, ਸਾਚੇ ਸੁਣਨੇ ਨੂੰ ਪਠਾਏ। ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜੇ ਸੁਣੀ ਮਨ ਤਨ ਹਰਿਆ ਹੋਆ,
ਰਸਨ ਰਸ ਮਾਣੀ ਸੱਚ ਅਲਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ। ਸੁਣੋ ਪਵਿੱਤਰੋ, ਸਾਚੇ ਸੁਣਨੇ ਨੂੰ ਪਠਾਏ। ਸੱਚ ਨੂੰ ਸੁਣਨਾ ਹੈ, ਝੂਠ ਨੂੰ ਨਹੀਂ, ਨਿੰਦਿਆ ਚੁਗਲੀ ਨੂੰ ਨਹੀਂ। ਤੇ ਸਾਹਿਬ ਕਹਿੰਦੇ ਨੇ, ਕੰਨੀ ਸੂਤ ਕੰਨ ਪੈ ਲਾਇਤ ਬਾਰੀ ਖਾਏ। ਲਾਇਤ ਵਾਰੀ ਕਹਿੰਦੇ ਨਿਤ ਚੁਗਲੀ ਨੂੰ। ਵੈਸੇ ਫਾਰਸੀ ਦਾ ਸ਼ਬਦ ਹੈ ਲਾ ਅਤਬਾਰੀ, ਭਾਵ ਕਿ ਨਾ ਅਤਬਾਰ ਕਰਨ ਯੋਗ। ਉਹ ਵਿਛਾ ਜਿਨ੍ਹਾਂ ਮਨੁੱਖਾਂ ਦੇ ਕੰਨਾਂ ਵਿੱਚ ਸੂਤਕ ਹੈ, ਕਿ ਜਿਨ੍ਹਾਂ ਦੇ ਕੰਨਾਂ ਵਿੱਚ ਅਸ਼ੁੱਧੀ ਹੈ ਤੇ ਬੇਫਿਕਰ ਹੋ ਕੇ ਚੁਗਲੀ ਕਰਦੇ ਨੇ। ਭਾਵ ਕਿ ਕੰਨਾਂ ਨੂੰ ਸੂਤਕ ਲੋਕਾਂ ਦੀ ਚੁਗਲੀ ਲਾਇਤ ਬਾਰੀ ਖਾਏ, ਇਸ ਢੰਗ ਨਾਲ ਬੇਫਿਕਰ ਹੋ ਕੇ ਨਿੰਦਿਆ ਕਰਦੇ ਨੇ, ਚੁਗਲੀ ਕਰਦੇ ਨੇ। ਤਾਂ ਸਾਹਿਬ ਕਹਿੰਦੇ ਨੇ, ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਹੇ। ਸਾਹਿਬ ਕਹਿੰਦੇ ਨੇ, ਹੇ ਨਾਨਕ ਦੇਖ, ਹੰਸਾ ਆਦਮੀ, ਭਾਵ ਕਿ ਹੰਸਾਂ ਦੀ ਕੁੱਲ ਦੇ ਵਿੱਚੋਂ ਹੰਸਾ ਆਦਮੀ। ਸਾਹਿਬ ਕਹਿੰਦੇ ਨੇ ਕਿ ਇਸ ਜਗਤ ਵਿੱਚ 84 ਲੱਖ ਜੂਨੀਆਂ ਨੇ, ਪਰ ਇਹ ਉਚਤਾ ਤੇ ਇਹ ਸ਼ੁੱਧੀ ਦਾ ਖਜ਼ਾਨਾ ਕੇਵਲ ਮਨੁੱਖ ਦੇ ਕੋਲ ਹੀ ਹੈ, ਜੀਵ ਦੇ ਕੋਲ ਹੈ। 1,84 ਜੋਨ ਵਿੱਚ ਉੱਤਮ ਜਨ ਸੁਮਾਨੁਸ ਦੇਹੀ, ਅੱਖੀਂ ਵੇਖਣ ਕਰਨ ਸੁਣ, ਮੁੱਖ ਸ਼ੁਭ ਬੋਲਣ ਬਚਨ ਸੁਨੇਹੀ। ਮਹਾਰਾਜ ਪਾਤਸ਼ਾਹ ਜੀ ਕਹਿੰਦੇ 84 ਲੱਖ ਜੂਨ ਦੇ ਵਿੱਚ ਮਨੁੱਖਾਂ ਦੀ ਸਭ ਤੋਂ ਸ੍ਰੇਸ਼ਟ ਹੈ, ਉੱਤਮ ਹੈ। ਭਾਈ ਗੁਰਦਾਸ ਨੇ ਲਿਖਿਆ ਹੈ ਕਿ 1,84 ਜੂਨ ਵਿੱਚ ਉੱਤਮ ਜੂਨ ਸੁਮਾਨੁਸ ਦੇਹੀ, ਅੱਖੀਂ ਦੇਖੇ ਨਦਰ ਕਰ, ਜੀਵਾ ਬੋਲੇ ਬਚਨ ਵਧੇਹੀ। ਇਹ ਬੋਲ ਵੀ ਸਕਦੀ ਹੈ, ਦੇਖ ਵੀ ਸਕਦਾ, ਸੁਣ ਵੀ ਸਕਦਾ ਹੈ। ਇਸ ਲਈ ਹੰਸਾਂ ਵਰਗਾ ਜੀਵਨ ਜਿਹੜਾ ਮਨੁੱਖ ਨੂੰ, ਆਦਮੀ ਨੂੰ ਮਿਲਿਆ। ਪਰ ਕਮਾਲ ਦੀ ਗੱਲ ਹੈ, ਜੀਵਨ ਤੇ ਹੰਸਾਂ ਵਰਗਾ ਮਿਲਿਆ ਸੀ, ਪਰ ਮਨੁੱਖ ਉਸ ਜੀਵਨ ਦੀ ਕਦਰ ਨੂੰ ਨਹੀਂ ਸਮਝ ਸਕਿਆ। ਨਾ ਸਮਝੀ ਦੇ ਕਾਰਨ ਬੱਧੇ ਜੰਪੁਰ ਜਾਹੇ। ਫਿਰ ਅਜਿਹੇ ਮਨੁੱਖ ਬੰਨੇ ਹੋਏ ਵਿਕਾਰਾਂ ਦੀਆਂ ਸੱਟਾਂ ਖਾਂਦੇ ਤੇ ਜਮਾਂ ਦੀ ਪੁਰੀ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਇਸ ਵਾਸਤੇ ਮਨੁੱਖ ਭਰਮ ਵਿੱਚ ਪਿਆ ਹੋਇਆ ਕਿ ਤਨ ਨੂੰ ਨਹਾਉਣ ਦੇ ਨਾਲ ਜੀਵਨ ਦੀ ਸੁੱਧੀ ਹੈ, ਪਵਿੱਤਰਤਾ ਹੈ। ਪਰ ਅਜਿਹਾ ਹੁੰਦਾ ਤੇ ਫਿਰ ਗਿਆਨ ਉਪਦੇਸ਼ ਦੀ ਲੋੜ ਕਿਉਂ ਪੈਂਦੀ। ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ ਇੱਕ ਨਿੱਕੀ ਜਿਹੀ ਸਾਖੀ ਹੈ ਕਿ ਪੰਡਤ ਬ੍ਰਾਹਮਣ ਸੂਤਕ ਪਾਤਕ ਦਾ ਭਰਮ ਕਰਦੇ ਵੀ ਨੇ ਤੇ ਪਾਉਂਦੇ ਵੀ ਹਨ। ਜਦੋਂ ਪੰਡਤਾਂ ਨੇ, ਬ੍ਰਾਹਮਣਾਂ ਨੇ ਸਿੱਖਾਂ ਨੂੰ ਅਜਿਹੇ ਸ਼ਬਦ ਬਿਨਾਂ ਤਰਕ ਵਿਤਰਕ ਤੋਂ ਡਾਂਟਣਾ ਚਾਹਿਆ, ਤਾਂ ਬ੍ਰਾਹਮਣਾਂ ਨੇ ਆਖਿਆ ਸੀ, ਤੁਸੀਂ ਨਿਤ ਨਮਿਤ ਕਰਮ ਕਿਉਂ ਛੱਡ ਦਿੱਤੇ ਨੇ, ਤੁਸੀਂ ਭ੍ਰਸ਼ਟ ਹੋ ਗਏ ਹੋ। ਸਿੱਖਾਂ ਨੂੰ ਕਹਿਣ ਲੱਗੇ। ਤੇ ਸਿੱਖਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ, ਸਾਨੂੰ ਪੰਡਤਾਂ ਨੇ ਆਖਿਆ ਕਿ ਜਿਹਦੇ ਘਰ ਸੂਤਕ ਮਿਰਤਕ ਹੁੰਦਾ ਜਾਂ ਪਾਤਕ ਹੁੰਦਾ, ਉਹਦੇ ਕਰਮ ਲੇਖੇ ਵਿੱਚ ਨਹੀਂ ਪੈਂਦੇ, ਭਾਵੇਂ ਉਹ ਧਾਰਮਿਕ ਕਰਮ ਕਰੇ, ਭਾਵੇਂ ਸਤਸੰਗ ਕਰੇ। ਸੋ ਅਸੀਂ ਦਿਨ ਰਾਤ ਸਤਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਰਹਿੰਦੇ ਹਾਂ। ਅਗਿਆਨ ਸਾਡਾ ਤੁਹਾਡੀ ਸ਼ਰਨ ਵਿੱਚ ਆ ਕੇ ਮਿਰਤਕ ਹੋ ਗਿਆ, ਗਿਆਨ ਸਾਡੇ ਘਰ ਤੁਹਾਡੀ ਸ਼ਰਨ ਵਿੱਚ ਆ ਕੇ
ਜਨਮਿਆ, ਭਾਵ ਕਿ ਤੁਹਾਡੀ ਸ਼ਰਨ ਵਿੱਚ ਆ ਕੇ ਗਿਆਨ ਮਰ ਗਿਆ ਹੈ ਤੇ ਗਿਆਨ ਦਾ ਜਨਮ ਹੋ ਗਿਆ। ਅਸੀਂ ਇਹ ਕਰਮ ਇਸ ਵਾਸਤੇ ਨਹੀਂ ਕਰਦੇ ਕਿ ਗੁਰੂ ਨੇ ਆਖਿਆ ਸੂਤਕ ਤਾਂ ਥੋੜ੍ਹੇ ਦਿਨ ਹੁੰਦਾ ਹੈ, ਤਾਂ ਉਹਨਾਂ ਪੰਡਤਾਂ ਬ੍ਰਾਹਮਣਾਂ ਨੇ ਆਖਿਆ ਸਤਿਗੁਰਾਂ ਆਗਿਆ ਕੀਤੀ। ਪੰਡਤਾਂ ਨੂੰ, ਬ੍ਰਾਹਮਣਾਂ ਨੂੰ, ਸਿੱਖਾਂ ਨੇ ਆਖਿਆ ਕਿ ਸਤਿਗੁਰਾਂ ਨੇ ਸਿੱਖਾਂ ਨੂੰ ਆਗਿਆ ਕੀਤੀ ਹੈ ਕਿ ਜੋ ਸਵਾਸ ਪ੍ਰਾਣਾ ਕਰਕੇ ਸਵਾਸ ਉਪਜਦਾ ਹੈ, ਉਸ ਨਾਲ ਸਿਮਰਨ ਨੂੰ ਜੋੜਦਾ ਹੈ। ਇੱਥੇ ਤਾਂ ਹਰ ਪਲ ਸਵਾਸ ਵੀ ਜਨਮ ਲੈ ਰਿਹਾ ਤੇ ਸਵਾਸ ਮਰ ਵੀ ਰਿਹਾ ਹੈ। ਇਸ ਵਾਸਤੇ ਭਾਈ ਸਿੱਖੋ, ਤੁਸਾਂ ਸਵਾਸ ਨਾਮ ਦਾ ਆਧਾਰ ਰੱਖਣਾ। ਸਾਨੂੰ ਕਰਮਾਂ ਦਾ ਕੋਈ ਸਮਾਂ ਨਹੀਂ ਹੱਥ ਆਉਂਦਾ। ਜਦੋਂ ਸਿੱਖਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਇਹ ਬਚਨ, ਮਹਾਰਾਜ ਦੇ ਇਹ ਬਚਨ ਬ੍ਰਾਹਮਣਾਂ ਨੂੰ ਸੁਣਾਏ, ਉਹਨਾਂ ਨੂੰ ਅੱਗੋਂ ਗੱਲ ਕੋਈ ਨਹੀਂ ਆਈ। ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਕਬੀਰ ਸਾਹਿਬ ਜੀ ਨੇ ਵੀ ਇਸੇ ਲਈ ਇਹ ਬਚਨ ਕੀਤਾ ਹੈ ਕਿ ਦੇਖੋ, ਪਾਣੀ ਦੇ ਵਿੱਚ, ਧਰਤੀ ਦੇ ਉੱਤੇ ਤੇ ਪੈਦਾ ਹੋਣ ਵਾਲੀ ਬਨਸਪਤੀ ਦੇ ਵਿੱਚ ਕਿਧਰੇ ਨਵੇਂ ਬੂਟੇ ਪੈਦਾ, ਰੁੱਤਾਂ ਬਦਲ ਰਹੀਆਂ ਨੇ, ਬਨਸਪਤੀ ਪੈਦਾ ਹੋ ਰਹੀ ਹੈ, ਕਿਧਰੇ ਪਾਣੀ ਦੇ ਵਿੱਚ ਨਵੇਂ ਜੀਵ ਜੰਤੂ ਪੈਦਾ ਹੁੰਦੇ ਨੇ, ਤੇ ਇਹ ਸਿਲਸਿਲਾ ਮੁੱਕਦਾ ਹੀ ਨਹੀਂ। ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਉਪਤ ਹੋਈ, ਜਨਮੈ ਸੂਤਕ, ਮੂਏ ਫੁਨ ਸੂਤਕ, ਸੂਤਕ ਪਰਜ ਬਿਗੋਈ। ਕਹੋ ਰੇ ਪੰਡਿਆ ਕੌਣ ਪਵੀਤਾ, ਐਸਾ ਗਿਆਨ ਜਪੋ ਮੇਰੇ ਮੀਤਾ। ਹੇ ਮੇਰੇ ਮਿੱਤਰ, ਅਜਿਹਾ ਜਿਹੜਾ ਗੁਰੂ ਦਾ ਗਿਆਨ ਹੈ, ਉਹ ਮਨੁੱਖ ਦੇ ਅੰਦਰੋਂ ਸਦਾ ਦੀ ਜੜਤਾ, ਅਪਵਿੱਤਰਤਾ, ਸੂਤਕ ਪਾਤਕ ਨੂੰ ਮਿਟਾਉਣ ਦੀ ਸਮਰੱਥਾ ਵਾਲਾ ਹੈ। ਪਰ ਜਦ ਤੱਕ ਮਨੁੱਖ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦਾ, ਇਹ ਹੰਸਾਂ ਵਰਗਾ ਜੀਵਨ ਜਿਹੜਾ ਮਨੁੱਖ ਨੂੰ ਮਿਲਿਆ, ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਏ। ਵੇਖੋ, ਹੰਸਾਂ ਵਰਗੀ ਇਹ ਦੇਹੀ ਵਾਲਾ ਮਨੁੱਖ ਆਖਰ ਜੜਤਾ ਦੇ ਕਾਰਨ, ਅਗਿਆਨਤਾ ਦੇ ਕਾਰਨ, ਭਰਮ ਦੇ ਕਾਰਨ ਬੱਧੇ ਹੋਏ ਨਰਕਾਂ ਵਿੱਚ ਤੁਰੇ ਜਾਂਦੇ ਨੇ, ਸੁੱਟੇ ਜਾਂਦੇ ਨੇ। ਸੋ ਸਤਿਗੁਰੂ ਰਹਿਮਤ ਕਰਨ, ਅਸੀਂ ਇਸ ਅਸ਼ੁੱਧੀ ਦੇ ਭਰਮ ਨੂੰ ਛੱਡ ਕੇ ਤੇ ਗੁਰੂ ਦੀ ਸ਼ਰਨ ਵਿੱਚ ਗੁਰੂ ਦੇ ਸ਼ਬਦ ਦਾ ਗਿਆਨ ਧਾਰਨ ਕਰੀਏ, ਤਾਂ ਕਿ ਸਾਨੂੰ ਸਮਝ ਆਵੇ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਜਿਹੜਾ ਬਚਨ ਆਖਿਆ ਬੜਾ ਧਿਆਨ ਮੰਗਦਾ ਕਿ ਮਨ ਕਾ ਸੂਤਕ ਦੂਜਾ ਭਾਓ, ਭਰਮੇ ਭੂਲੇ ਆਵੋ ਜਾਓ, ਮਾਨੋ ਮੁਖ ਸੂਤਕ ਕਭੇ ਨਾ ਜਾਏ, ਜਿਚਰ ਸ਼ਬਦ ਨਾ ਭੀਜੈ ਹਰ ਕੇ ਨਾਏ। ਇਤਨੀ ਸੇਵਾ ਪ੍ਰਵਾਨ ਕਰਨਾ ਜੀ। ਭੁੱਲਾਂ ਚੁੱਕਾਂ ਦੀ ਸਿਮਾ ਸਾਰੇ ਗੁਰਮੁਖ ਵੀਰਾਂ ਦਾ, ਭਰਾਵਾਂ ਦਾ, ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਗੁਰਵਿੰਦਰ ਸਿੰਘ ਜੀ ਰਿਆੜ ਸਾਹਿਬ, ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਵੀ, ਅਤੇ ਪ੍ਰਚਾਰਕ ਸੀਰਨਾ ਸਥਾਨ ਦੇ YouTube ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ, ਜੋ ਲੜੀਵਾਰ ਸ੍ਰੀ ਆਸਾ ਜੀ ਦੀ ਵਾਰ ਦੀ ਕਥਾ ਨੂੰ ਚਲਾ ਰਹੇ ਨੇ। ਦਾਸ ਮਨਜੀਤ ਸਿੰਘ ਗੁਰੂ ਕੀ ਬਡਾਲੀ। ਭੁੱਲਾਂ ਚੁੱਕਾਂ ਦੀ ਖਿਮਾ, ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।